ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀ ਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਮੀਡੀਆਂ ਖਿਲਾਰੀ ਫਿਰੇ ਬੁੱਲੇ ਦੀ ਏ ਕਾਫੀਏ ਨੀ ਕਿਨੇ ਤੇਰਾ ਲਾ ਲਿਆ ਸ਼ਿੰਗਾਰ। ਪ੍ਰੋਗਰਾਮ ਸਾਹਿਤ ਦੇ ਅੰਗ ਸੰਗ ਦੇ ਵਿੱਚ ਸਾਰੇ ਹੀ ਦੇਖਣ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਹਰਿੰਦਰ ਸਿੰਘ ਗਿੱਲ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਬੋਲੀ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਬੀਤਿਆ ਕੱਲ੍ਹ ਪੰਜਾਬੀ ਬੋਲੀ ਦੇ ਤੌਰ ਦੇ ਉੱਤੇ ਸਮੁੱਚੇ ਵਿਸ਼ਵ ਦੇ ਵਿੱਚ ਕੌਮਾਂਤਰੀ ਪੰਜਾਬੀ ਬੋਲੀ ਦਿਵਸ ਦੇ ਵਜੋਂ ਮਨਾਇਆ ਗਿਆ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੀ ਚਰਚਾ ਵੀ ਪੰਜਾਬੀ ਬੋਲੀ ਦੇ ਉੱਤੇ ਰਹੇਗੀ ਤੇ ਮੇਰੇ ਨਾਲ ਨੇ ਡਾਕਟਰ ਕਵਲਜੀਤ ਸਿੰਘ ਸਿੱਧੂ ਜਿਹੜੇ ਕਿ ਲੇਖਕ ਵੀ ਨੇ ਤੇ ਚਿੰਤਕ ਵੀ ਨੇ। ਸੋ ਉਹਨਾਂ ਨਾਲ ਸਮੁੱਚੀ ਅੱਜ ਦੀ ਗੱਲਬਾਤ ਜਿਹੜੀ ਆ ਸਾਡੀ ਪੰਜਾਬੀ ਬੋਲੀ ਤੇ ਆਧਾਰਿਤ ਰਹੇਗੀ। ਸਭ ਤੋਂ ਪਹਿਲਾਂ ਉਹਨਾਂ ਨਾਲ ਅਸੀਂ ਸਾਂਝ ਪਾਉਂਦੇ ਹਾਂ ਫਤਿਹ ਦੀ। ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਿੱਧੂ ਸਾਹਿਬ, ਪੰਜਾਬੀ ਬੋਲੀ ਦੀ ਗੱਲ ਕਰੀਏ ਤਾਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗਾ ਕਿ ਵਿਸ਼ਵ ਪੱਧਰ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਿੰਨੀਆਂ ਕੁ ਬੋਲੀਆਂ ਜਿਹੜੀਆਂ ਆ ਉਹ ਵਿਸ਼ਵ ਪੱਧਰ ਦੇ ਉੱਤੇ ਬੋਲੀਆਂ ਜਾਂਦੀਆਂ? ਸਭ ਤੋਂ ਪਹਿਲਾਂ ਤਾਂ ਮੈਂ ਸਿੱਖ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਜਿਹੜਾ ਹੈਗਾ ਆ ਧੰਨਵਾਦ ਕਰਦਾ ਹੈਗਾ ਆ। ਅਸੀਂ ਪੰਜਾਬੀ ਮਾਂ ਬੋਲੀ ਬਾਰੇ ਅਗਰ ਗੱਲ ਕਰੀਏ ਤਾਂ 21 ਫਰਵਰੀ ਗਿੱਲ ਸਾਹਿਬ ਵਿਸ਼ਵ ਪੱਧਰ ਦੇ ਉੱਤੇ ਜਿਹੜਾ ਹੈਗਾ ਆ ਉਹ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਜਾਂਦਾ ਹੈਗਾ ਜੀ। ਦੁਨੀਆ ਦੇ ਵਿੱਚ ਜਿਹੜੀਆਂ ਪ੍ਰਚਲਿਤ ਜ਼ੁਬਾਨਾਂ ਆ ਬੋਲੀਆਂ ਜੀ ਉਹ ਕੋਈ 6800 ਦੇ ਕਰੀਬ ਹੈ, ਜਿਹਦੇ ਵਿੱਚ ਸਾਡੀ ਮਾਂ ਬੋਲੀ ਜਿਹੜੀ ਪੰਜਾਬੀ ਹੈ ਉਹਦਾ 13ਵਾਂ ਸਥਾਨ ਹੈ ਜੀ। ਔਰ ਇਹ ਇੱਕ ਬਹੁਤ ਵੱਡੀ ਗੱਲ ਹੈ। ਔਰ 13ਵਾਂ ਸਥਾਨ ਹੋਣ ਦੇ ਨਾਲ ਨਾਲ ਜੇ ਮੈਂ ਇਹ ਕਹਾਂ ਕਿ ਇਹ ਜਿਹੜੀ ਸਾਡੀ ਬੋਲੀ ਹੈ ਜੀ ਇਹ ਸਭ ਤੋਂ ਪੁਰਾਣੀਆਂ ਬੋਲੀਆਂ ਦੇ ਵਿੱਚ ਸ਼ੁਮਾਰ ਹੁੰਦੀ ਹੈ ਜੀ। ਮਿਸਾਲ ਦੇ ਤੌਰ ਤੇ ਜੇ ਮੈਂ ਗੱਲ ਗੁਰੂ ਗੋਰਖਨਾਥ ਤੋਂ ਕਰ ਲਵਾਂ, ਬਾਬੇ ਫਰੀਦ ਤੋਂ ਕਰ ਲਵਾਂ ਤੇ ਦੁਨੀਆ ਦੀਆਂ ਹੋਰ ਜ਼ੁਬਾਨਾਂ ਦੇ ਜੇ ਆਪਾਂ ਲਿਖਤਾਂ ਦੇ ਹਵਾਲਿਆਂ ਦੇ ਨਾਲ ਗੱਲ ਕਰੀਏ ਤਾਂ ਕਹਿ ਸਕਦੇ ਹੈਗੇ ਆ ਕਿ ਪੰਜਾਬੀ ਜਿੰਨੀ ਪੁਰਾਣੀ ਜ਼ੁਬਾਨ ਜਿਹੜੀ ਹੈਗੀ ਇਸ ਟਾਈਮ ਵਿਸ਼ਵ ਦੇ ਵਿੱਚ ਕੋਈ ਨਹੀਂ। ਔਰ ਸਾਨੂੰ ਫਖਰ ਹੋਣਾ ਚਾਹੀਦਾ ਕਿ ਸਾਡੀ ਇਹ ਜ਼ੁਬਾਨ ਜਿਹੜੀ ਆ ਉਹ ਅੱਜ ਵੀ ਦੁਨੀਆ ਦੇ ਕੋਨੇ-ਕੋਨੇ ਤੱਕ ਪੰਜਾਬੀਆਂ ਦੇ ਜ਼ਰੀਏ ਹੀ ਪੁੱਜੀ ਹੋਈ ਜੀ। ਪਰ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਦੋਂ ਅਸੀਂ ਕਈ ਬੁੱਧੀਜੀਵੀਆਂ ਨੂੰ ਸੁਣਦੇ ਹਾਂ ਕਿ ਪੰਜਾਬੀ ਬੋਲੀ ਜਿਹੜੀ ਆਉਂਦੇ ਕੁਝ ਸਾਲਾਂ ਦੇ ਵਿੱਚ ਖਤਮ ਹੋ ਜਾਏਗੀ, ਤਾਂ ਬੜਾ ਠੇਸ ਇੱਕ ਵੱਜਦੀ ਆ ਦਿਲ ਨੂੰ ਜਿਹੜਾ ਪੰਜਾਬੀ ਨਾਲ ਪਿਆਰ ਕਰਨ ਵਾਲਾ ਆ ਉਸ ਨੂੰ। ਕੀ ਵਾਕਿਆ ਹੀ ਇਹ ਚੀਜ਼ ਸੱਚ ਹੈ? ਬਿਲਕੁਲ, ਇਹਦੇ ਵਿੱਚ ਦੇਖੋ ਕੋਈ ਸ਼ੱਕ ਨਹੀਂ ਹੈਗੀ ਕਿ ਅਸੀਂ ਤੁਸੀਂ ਜਿੱਥੇ ਵੀ ਬੈਠੇ ਆ ਪੂਰੇ ਵਿਸ਼ਵ ਪੱਧਰ ਦੇ ਵਿੱਚ ਉੱਥੋਂ ਤੱਕ ਇਹ ਬੋਲੀ ਪਹੁੰਚਾਈ ਗਈ ਆ। ਯੂਨੈਸਕੋ ਦੀ ਇੱਕ ਰਿਪੋਰਟ ਸੀ ਗਿੱਲ ਸਾਹਿਬ, ਬਹੁਤ ਵਾਰੇ ਪਹਿਲਾਂ ਵੀ ਉਹਨਾਂ ਦੀ ਜਿਹੜੀ ਖੋਜ ਚੱਲਦੀ ਰਹਿੰਦੀ ਹੈ। ਉਹ ਇੱਕੋ ਗੱਲ ਕਹਿੰਦੇ ਆ ਕਿ ਬੋਲੀਆਂ ਵਿਸ਼ਵ ਦੀਆਂ ਜਿਹੜੀਆਂ ਉਹ ਖਤਮ ਹੋ ਰਹੀਆਂ, ਜਿਹਦੇ ਵਿੱਚ ਹੁਣ ਆਪਾਂ ਜੇ ਗੱਲ ਕਰੀਏ ਕਿ ਜਿਵੇਂ ਮੈਂ 6800 ਬੋਲੀਆਂ ਕਹੀਆਂ, 6800 ਬੋਲੀਆਂ ਦੇ ਵਿੱਚੋਂ 400 ਬੋਲੀਆਂ ਅਜਿਹੀਆਂ ਆ ਦੁਨੀਆ ਭਰ ਦੇ ਵਿੱਚ ਜਿਹੜੀਆਂ ਬੋਲੀਆਂ ਜਾਂਦੀਆਂ ਉਹ ਖਤਮ ਹੋਣ ਦੇ ਕਿਨਾਰੇ ਆ ਜੀ। ਤੇ ਉਹਦੇ ਵਿੱਚ ਸ਼ੰਕਾ ਜਿਹੜੀ ਜ਼ਾਹਿਰ ਕੀਤੀ ਜਾ ਰਹੀ ਆ ਖਾਸ ਤੌਰ ਤੇ ਸਾਡੇ ਮੁਲਕ ਦੇ ਵਿੱਚ ਉਹ ਸਾਡੀ ਮਾਂ ਬੋਲੀ ਪੰਜਾਬੀ ਦੀ ਵੀ ਕੀਤੀ ਜਾ ਰਹੀ ਹੈ। ਕੁਝ ਹੈ ਵੀ ਅਜਿਹੀਆਂ ਬੋਲੀਆਂ ਜਿਹੜੀਆਂ ਖਤਮ ਹੋ ਚੁੱਕੀਆਂ ਨੇ, ਜਿਹੜੀਆਂ ਹੁਣ ਬੋਲੀਆਂ ਹੀ ਨਹੀਂ ਜਾਂਦੀਆਂ? ਬਿਲਕੁਲ ਜੀ, ਬਹੁਤ ਸਾਰੀਆਂ ਬੋਲੀਆਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ 10 ਸਾਲ ਪਹਿਲਾਂ ਦੀ ਵੀ ਗੱਲ ਕਰ ਲਈਏ, 20 ਸਾਲ ਪਹਿਲਾਂ ਦੀ ਵੀ ਕਰ ਲਈਏ, 100 ਸਾਲ ਪਹਿਲਾਂ ਦੀ ਵੀ ਕਰ ਲਈਏ, ਕਈ ਕੌਮਾਂ ਕਈ ਸੱਭਿਅਤਾਵਾਂ ਦੇ ਤੁਰ ਜਾਣ ਨਾਲ ਵੀ ਉਹ ਬੋਲੀਆਂ ਖਤਮ ਹੋਈਆਂ। ਤੇ ਕੁਛ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਵੀ ਕਿਸੇ ਮੁਲਕ ਦੇ ਵਿੱਚ ਦੂਜੀ ਬੋਲੀ ਖਾਸ ਤੌਰ ਤੇ ਜੇ ਹੁਣ ਅਸੀਂ ਕਹੀਏ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਜਿਹੜਾ ਸੂਰਜ ਸੀਗਾ ਉਹ ਕਦੇ ਛੁਪਦਾ ਨਹੀਂ ਸੀਗਾ। ਜਿੱਥੇ ਜਿੱਥੇ ਉਹਨਾਂ ਦਾ ਰਾਜ ਰਿਹਾ ਉੱਥੇ ਉਹਨਾਂ ਨੇ ਆਪਦੀ ਬੋਲੀ ਲਾਗੂ ਕੀਤੀ ਔਰ ਉਹਨਾਂ ਮੁਲਕਾਂ ਦੀਆਂ ਬੋਲੀਆਂ ਉਹਨਾਂ ਨੇ ਖਤਮ ਕੀਤੀਆਂ। ਜ਼ਾਹਿਰ ਹੈ ਕਿ ਸਾਡੇ ਵੀ ਜਦੋਂ ਅੰਗਰੇਜ਼ ਆਏ ਆ, ਇਸ ਤੋਂ ਇਲਾਵਾ ਹੋਰ ਵੀ ਧਾੜਵੀ ਸਾਡੇ ਆਏ ਆ, ਤਾਂ ਸਾਡੀ ਜ਼ੁਬਾਨ ਦੇ ਵਿੱਚ ਰਲੇਵਾਂ ਜ਼ਰੂਰ ਪਿਆ, ਸਾਡੀ ਬੋਲੀ ਜਿਹੜੀ ਹੈਗੀ ਆ ਪਰ ਉਹ ਇੱਕ ਸਥਿਰ ਰਹੀ ਆ। ਹਾਂ, ਯੂਨੈਸਕੋ ਦੀ ਜਿਹੜੀ ਰਿਪੋਰਟ ਉਹ ਇਹ ਕਹਿੰਦੀ ਹੈ ਕਿ ਪੰਜਾਬੀ ਬੋਲੀ ਵੀ ਇੱਕ ਅਜਿਹੀ ਬੋਲੀ ਆ ਜਿਹਦੇ ਖਤਮ ਹੋਣ ਦੇ ਆਸਾਰ ਆ। ਸਾਡੀ ਚਿੰਤਾ ਦਾ ਇੱਕ ਗੱਲ ਮੇਰੇ ਮਨ ਦੇ ਵਿੱਚ ਆ ਰਹੀ ਆ ਕਿ ਕੋਈ ਵੀ ਬੋਲੀ, ਚਾਹੇ ਗੱਲ ਪੰਜਾਬੀ ਦੀ ਕਰ ਲਈਏ ਜਾਂ ਕਿਸੇ ਹੋਰ ਬੋਲੀ ਦੀ, ਉਸ ਤੇ ਖਤਮ ਹੋਣ ਦੇ ਕਾਰਨ ਕੀ ਹੁੰਦੇ ਆ? ਕਿਉਂ ਬੋਲੀ ਜਿਹੜੀ ਆ ਉਹ ਖਤਮ ਹੋ ਜਾਂਦੀ ਆ? ਬਿਲਕੁਲ, ਬਹੁਤ ਸੋਹਣੀ ਗੱਲ ਗਿੱਲ ਸਾਹਿਬ ਤੁਸੀਂ ਕੀਤੀ ਹੈ। ਇੱਕ ਸੱਭਿਆਚਾਰ ਵਰਤਾਰਾ ਦੋਸਤੋ ਇਹ ਕਿ ਕੋਈ ਵੀ ਬੋਲੀ ਅਗਰ ਖਤਮ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹੂੰਗਾ ਕਿ ਇੱਕ ਕਿਸੇ ਸ਼ਾਇਰ ਨੇ ਕਿਹਾ ਕਿ ਜਿਹੜਾ ਸਕੀ ਮਾਂ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ ਜੀ। ਅਸੀਂ ਪੰਜਾਬੀ ਵੀ ਇਹਦੇ ਵਿੱਚ ਜ਼ਿੰਮੇਵਾਰ ਆ ਪਹਿਲਾਂ, ਕਿਉਂਕਿ ਅਸੀਂ ਉਹ ਇੱਕ ਕਹਾਵਤ ਬੋਲੀ ਜਾਂਦੀ ਆ ਵੀ ਕਹਿੰਦੇ ਆ ਕੌਆ ਚਲਾ ਹੰਸ ਕੀ ਚਾਲ ਆਪਣੀ ਵੀ ਗਵਾ ਬੈਠਾ ਜੀ। ਤੇ ਉਹ ਜਿਹੜੀ ਕਾਂ ਵਾਲੀ ਚਾਲ ਨਾ ਅਸੀਂ ਹੰਸ ਦੇ ਮੁਤਾਬਕ ਅਸੀਂ ਦੇਖਦੇ ਹਾਂ ਵੀ ਸਾਨੂੰ ਇੱਕ
ਹੀਣ ਭਾਵਨਾ ਮਹਿਸੂਸ ਹੁੰਦੀ ਹੈ ਆਪਦੀ ਬੋਲੀ ਬੋਲਣ ਦੇ ਵਿੱਚ, ਤੇ ਅਸੀਂ ਉਹ ਤੋਂ ਭੱਜਦੇ ਹਾਂ ਜੀ। ਜਿਹੜਾ ਵੀ ਦੁਨੀਆ ਦਾ ਕੋਈ ਵੀ ਬੰਦਾ ਆ, ਅਗਰ ਦੁਨੀਆ ਦੀ ਕੋਈ ਵੀ ਸੱਭਿਅਤਾ ਗਰਕੀ ਹੈ ਤਾਂ ਉੱਥੇ ਹੋਇਆ ਇਹ ਆ ਕਿ ਪਹਿਲਾਂ ਉਹਨਾਂ ਦੀ ਬੋਲੀ ਖਤਮ ਕੀਤੀ ਗਈ ਹੈ। ਪੰਜਾਬੀਆਂ ਨਾਲ ਇੱਕ ਸਾਜ਼ਿਸ਼ ਜਿਹੜੀ ਹੈ ਉਹ ਬਹੁਤ ਲੰਬੇ ਅਰਸੇ ਤੋਂ ਹੋ ਰਹੀ ਆ, ਖਾਸ ਤੌਰ ਦੇ ਉੱਤੇ ਜਿਹੜੀ ਹੁਣ ਮੈਂ ਇਹ 'ਚ ਬੜਾ ਸਪਸ਼ਟ ਹੈਗਾ ਆ ਕਿ ਇਸ ਟਾਈਮ ਸਾਡੇ ਮੁਲਕ ਦੇ ਵਿੱਚ ਆਰਐਸਐਸ ਵੱਲੋਂ ਭਗਵਾ ਕਰਨ ਜਿਹੜਾ ਹੈਗਾ ਕੀਤਾ ਜਾ ਰਿਹਾ ਹਰੇਕ ਚੀਜ਼ ਦਾ, ਉਹਦੇ ਵਿੱਚ ਕਿਤੇ ਉਹ ਪੰਜਾਬੀ ਦੋਖੀ ਵੀ ਆ। ਪੰਜਾਬੀ ਨੂੰ ਵੀ ਖਤਮ ਕਰਨ ਦੀ ਜਿਹੜੀ ਹੈਗੀ ਉਹਨਾਂ ਦੀ ਭਾਵਨਾ ਆ। ਔਰ ਇੱਥੇ ਮੈਨੂੰ ਕਹਿਣ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਇੱਕ ਲਾਬੀ ਉਹ ਵੀ ਸੀ ਜਿਸ ਲਾਬੀ ਨੇ ਪੰਜਾਬ ਦੇ ਵਿੱਚ ਜਿਹੜਾ ਵੱਡਾ ਵਿਗਾੜ ਮਾਂ ਬੋਲੀ ਇੱਥੋਂ ਦੇ ਵਸਨੀਕਾਂ ਨੂੰ, ਖਾਸ ਤੌਰ ਤੇ ਜੇ ਮੈਂ ਸਿੱਖ ਕੌਮ ਦੀ ਗੱਲ ਕਰ ਲਵਾਂ ਤੇ ਇੱਥੇ ਬੋਲੀਆਂ ਨੂੰ ਰਵਾਇਤੀ ਜਿਹੜੇ ਇੱਕ ਰਾਜ ਦੀ ਬੋਲੀ ਹੋਣੀ ਚਾਹੀਦੀ ਉਹਦੇ ਵਜੋਂ ਨਹੀਂ ਬਣਾਇਆ, ਇਹਨੂੰ ਅਸੀਂ ਕੌਮ 'ਚ ਵੰਡ ਲਿਆ ਵੀ ਬੋਲੀ ਜਿਹੜੀ ਹੈ ਪੰਜਾਬੀ ਉਹ ਸਿੱਖਾਂ ਦੀ ਬੋਲੀ ਆ, ਹਿੰਦੂਆਂ ਦੀ ਉਹ ਬੋਲੀ ਨਹੀਂ ਹੈਗੀ, ਮੁਸਲਮਾਨਾਂ ਦੀ ਉਹ ਬੋਲੀ ਨਹੀਂ, ਮੁਸਲਮਾਨ ਹੈ ਤਾਂ ਉਹਨਾਂ ਦੀ ਉਰਦੂ ਆ। ਇਸ ਕਰਕੇ ਬਹੁਤ ਵਰੇ ਪਹਿਲਾਂ ਇੱਕ ਇਹ ਪ੍ਰਾਪੇਗੰਡਾ ਕੀਤਾ ਗਿਆ ਸੀਗਾ ਇੱਥੋਂ ਦੇ ਮਹਾਸ਼ਿਆਂ ਵੱਲੋਂ ਕਿ ਪੰਜਾਬ ਦਾ ਜਿਹੜਾ ਹਿੰਦੂ ਹੈ ਉਹ ਆਪਣੀ ਜਿਹੜੀ ਬੋਲੀ ਹੈ ਉਹ ਬੋਲੀ ਤੁਸੀਂ ਹਿੰਦੀ 'ਚ ਲਿਖਾਓ, ਜਦੋਂ ਕਿ ਉਹਨਾਂ ਦੀਆਂ ਮਾਵਾਂ ਦਾਦੀਆਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਮਾਂ ਬੋਲੀ ਪੰਜਾਬੀ ਬੋਲਦੀਆਂ ਰਹੀਆਂ। ਅੱਜ ਵੀ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦਾ ਇੱਕ ਹਿੰਦੀਕਰਨ ਜਿਹੜਾ ਆ ਉਹ ਕੀਤਾ ਜਾ ਰਿਹਾ ਹੈਗਾ। ਦੂਜੀ ਗੱਲ, ਪੰਜਾਬ ਦੇ ਘਰਾਂ 'ਚ ਅਸੀਂ ਇੱਕ ਹੋਰ ਗੱਲ ਵੇਖਦੇ ਹਾਂ, ਸਾਡੇ ਇੱਥੇ ਕੋਈ ਯੂਪੀ ਬਿਹਾਰ ਤੋਂ ਕੋਈ ਨੇਪਾਲ ਤੋਂ ਆ ਜਾਵੇ, ਅਸੀਂ ਝੱਟ ਆਪਦੀ ਬੋਲੀ ਛੱਡ ਕੇ ਉਹਦੀ ਬੋਲੀ ਨੂੰ ਅਪਣਾਉਨੇ ਆ ਤੇ ਕਦੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਆਪਣੀ ਬੋਲੀ ਜਿਹੜੀ ਹੈਗੀ ਆ ਉਹਨੂੰ ਅਸੀਂ ਸਿਖਾ ਦਈਏ। ਇਹ ਵੀ ਇੱਕ ਵੱਡਾ ਕਾਰਨ ਆ। ਤੀਜਾ ਇੱਕ ਹੋਰ ਵੱਡੀ ਲੌਬੀ ਇੱਥੇ ਜਿਹੜੀ ਕੰਮ ਕਰ ਰਹੀ ਆ ਉਹ ਹੈਗੇ ਆ ਇੱਥੇ ਖੁੰਬਾਂ ਵਾਂਗੂ ਖੁੱਲ੍ਹੇ ਹੋਏ ਜਿਹੜੇ ਸੈਂਟਰ ਬੋਰਡ ਦੇ ਕੋਈ ਸਕੂਲ ਹੈਗੇ ਆ, ਉਹਨਾਂ ਸਕੂਲਾਂ ਦੇ ਵਿੱਚ ਅੰਗਰੇਜ਼ੀ ਮਾਧਿਅਮ ਦੇ ਜਿਹੜੇ ਸਕੂਲ ਹੈਗੇ ਆ ਉਹਨਾਂ ਸਕੂਲਾਂ ਦੀ ਇੱਕ ਸਾਜ਼ਿਸ਼ ਹੈ ਕਿ ਜਿਹੜੀ ਮਾਂ ਬੋਲੀ ਪੰਜਾਬੀ ਆ, ਖਾਸ ਤੌਰ ਤੇ ਉਹ ਜਾਹਿਲਾਂ ਦੀ ਭਾਸ਼ਾ ਆ, ਉਹ ਪੇਂਡੂਆਂ ਦੀ ਭਾਸ਼ਾ, ਉਹ ਅਨਪੜ੍ਹਾਂ ਦੀ ਭਾਸ਼ਾ ਆ, ਇਸ ਬੋਲੀ ਨੂੰ ਲਾਗੂ ਨਹੀਂ ਕਰਨਗਾ। ਇੱਥੇ ਉਹਨਾਂ ਨੂੰ ਹਿੰਦੀ ਔਰ ਜਿਹੜੀ ਹੈਗੀ ਆ ਅੰਗਰੇਜ਼ੀ ਆ ਉਹ ਬੋਲਣੀ ਚਾਹੀਦੀ, ਔਰ ਉਸ ਕਰਕੇ ਇੱਕ ਵੱਡਾ ਕਾਰਨ ਜਿਹੜਾ ਇਹ ਵੀ ਬਣਦਾ ਪਿਆ ਹੈ। ਸਿੱਧੂ ਸਾਹਿਬ, ਇਸ ਦੇ ਨਾਲ ਗੱਲ ਇਹ ਵੀ ਆ ਕਿ ਅੱਜ ਕੱਲ੍ਹ ਜਿਹੜੇ ਨੌਜਵਾਨ ਪੀੜ੍ਹੀ ਆ ਹਮੇਸ਼ਾ ਹੀ ਕਿਸੇ ਵੀ ਕੌਮ ਦਾ ਕੋਈ ਵੀ ਪੱਖ ਲੈ ਲਈਏ ਤਾਂ ਨੌਜਵਾਨ ਪੀੜ੍ਹੀ ਦੇ ਉੱਤੇ ਉਸ ਦਾ ਦਰੋਮਦਾਰ ਜਿਹੜਾ ਆ ਉਹ ਜ਼ਿਆਦਾ ਰਹਿੰਦਾ ਆ। ਪਰ ਅੱਜ ਕੱਲ੍ਹ ਸਾਡੇ ਨੌਜਵਾਨ ਜਿਹੜੇ ਆ ਉਹ 10ਵੀਂ ਜਾਂ 12ਵੀਂ ਕਲਾਸ ਦੇ ਵਿੱਚ ਜਦੋਂ ਕਰ ਲੈਂਦੇ, ਪਾਸ ਕਰ ਲੈਂਦੇ ਆ ਤਾਂ ਉਹਨਾਂ ਦਾ ਇੱਕ ਰੁਝਾਨ ਜਿਹੜਾ ਆ ਉਹ ਸ਼ਹਿਰਾਂ ਵੱਲ ਆਉਂਦਾ ਆ ਤੇ ਸ਼ਹਿਰਾਂ ਦੇ ਵਿੱਚ ਦਾ ਮਾਹੌਲ ਅੱਜ ਕੱਲ੍ਹ ਇਸ ਤਰ੍ਹਾਂ ਦਾ ਬਣਿਆ ਹੋਇਆ ਆ ਕਿ ਉਹ ਪਿੰਡਾਂ ਵਾਲੇ ਨੌਜਵਾਨ ਜਿਹੜੇ ਸ਼ਹਿਰਾਂ 'ਚ ਆਉਂਦੇ ਆ ਉਹ ਸਮਝਦੇ ਆ ਕਿ ਸ਼ਾਇਦ ਜੇਕਰ ਅਸੀਂ ਪੰਜਾਬੀ ਬੋਲਾਂਗੇ ਜਾਂ ਪੰਜਾਬੀ ਦੇ ਵਿੱਚ ਗੱਲ ਕਰਾਂਗੇ ਜਾਂ ਪੰਜਾਬੀ ਕਿਤੇ ਕਿਸੇ ਸਟੇਜ 'ਤੇ ਬੋਲ ਦਾਂਗੇ ਜਾਂ ਕਿਸੇ ਮਹਿਫਲ ਦੇ ਵਿੱਚ ਪੰਜਾਬੀ 'ਚ ਗੱਲ ਕਰਾਂਗੇ ਤਾਂ ਸਾਡੀ ਹੱਦ ਤੱਕ ਜਿਹੜੀ ਉਹ ਆਪਣੀ ਮਹਿਸੂਸ ਕਰਦੇ ਆ। ਪਹਿਲ ਦੇ ਆਧਾਰ ਦੇ ਉੱਤੇ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਹ ਇੱਕ ਜਿਹੜਾ ਸਾਡੇ ਜ਼ਿਹਨ ਦੇ ਵਿੱਚ ਵਸ ਗਿਆ ਕਿ ਪੰਜਾਬੀ ਦੇਸੀ ਬੋਲੀ ਹੈ, ਦੇਸੀਆਂ ਦੀ ਬੋਲੀ ਹੈ, ਇਹ ਪਿੰਡੂਆਂ ਦੀ ਬੋਲੀ ਆ, ਇਸ ਨੂੰ ਕਿਵੇਂ ਕੱਢਿਆ ਜਾਣਾ ਚਾਹੀਦਾ? ਬਿਲਕੁਲ, ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਸਭ ਕਹਿਣੀ ਚਾਹੂੰਗਾ ਕਿ ਪਿਛੋਕੜ ਤੁਸੀਂ ਸਾਰਿਆਂ ਪੰਜਾਬੀਆਂ ਨੇ ਮੇਰਾ ਦਾਗਿਸਤਾਨ ਰਸੂਲ ਹਮਜ਼ਾ ਤੋਬ ਦੀ ਕਿਤਾਬ ਪੜ੍ਹੀ ਹੋਈ ਹੈ। ਜਿਨ੍ਹਾਂ ਨੇ ਨਹੀਂ ਪੜ੍ਹੀ ਤਾਂ ਮੈਂ ਇਹ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ ਕਿ ਇੱਕ ਵਾਰੀ ਰਸੂਲ ਹਮਜ਼ਾ ਤੋਬ ਜਿਹੜੇ ਸੀਗੇ ਉਹ ਆਪਣੀ ਮਾਂ ਬੋਲੀ ਨੂੰ ਇੰਨਾ ਕੁ ਪਿਆਰ ਕਰਦੇ ਆ ਕਿ ਉਹ ਮਾਸਕੋ ਗਏ ਚਲੇ। ਮਾਸਕੋ ਦੇ ਵਿੱਚ ਜਦੋਂ ਗਏ ਤੇ ਉੱਥੇ ਉਹਨਾਂ ਨੇ ਕੀ ਦੇਖਿਆ ਵੀ ਇੱਕ ਪ੍ਰਦਰਸ਼ਨੀ ਲੱਗੀ ਹੋਈ ਆ ਚਿੱਤਰਾਂ ਦੀ ਤੇ ਉਹ ਚਿੱਤਰ ਪ੍ਰਦਰਸ਼ਨੀ ਦੇਖਦੇ ਉਹਨਾਂ ਨੇ ਕੀ ਦੇਖਿਆ ਕਿ ਚਿੱਤਰਾਂ ਦੇ ਵਿੱਚੋਂ ਇੱਕ ਹੇਰਵਾ ਝਲਕਦਾ ਸੀਗਾ। ਉਹ ਹੇਰਵਾ ਕਾਹਦਾ ਸੀਗਾ? ਜਿਸ ਚਿੱਤਰਕਾਰ ਨੇ ਉਹ ਚਿੱਤਰ ਬਣਾਏ ਸੀਗੇ ਉਹ ਉਹਨੂੰ ਜਾ ਕੇ ਮਿਲੇ ਤੇ ਜਦੋਂ ਮਿਲੇ ਤੇ ਉਹਨੂੰ ਪੁੱਛਿਆ ਵੀ ਮਿੱਤਰਾ ਤੇਰੇ ਚਿੱਤਰਾਂ ਦੇ ਵਿੱਚੋਂ ਜਿਹੜਾ ਹੈਗਾ ਬਹੁਤ ਜ਼ਿਆਦਾ ਇਹ ਹੇਰਵਾ ਆ, ਇੱਕ ਤਰਾਸਦੀ ਝਲਕਦੀ ਹੈਗੀ, ਇਹ ਕੀ ਕਾਰਨ ਹੈ? ਉਹ ਕਹਿੰਦਾ ਜੀ ਮੈਂ ਆਪਣੀ ਜਨਮ ਭੂਮੀ ਤੋਂ ਕਾਫੀ ਦੂਰ ਹਾਂ, ਮੈਂ ਆਪਣੀ ਬੋਲੀ ਤੋਂ ਕਾਫੀ ਦੂਰ ਹਾਂ ਤੇ ਮੈਂ ਇੱਕ ਇਹੋ ਜਿਹੇ ਮੁਲਕ ਦੇ ਵਿੱਚ ਇੱਥੇ ਆ ਕੇ ਬਹਿ ਗਿਆ ਜਿੱਥੇ ਮੇਰੀ ਬੋਲੀ ਦਾ ਕੋਈ ਵੀ ਨਹੀਂ ਹੈਗਾ। ਤੇ ਉਹ ਕਹਿੰਦਾ ਕਿਹੜਾ ਤੇਰਾ ਮੁਲਕ ਆ? ਉਹਨੇ ਦੱਸਿਆ ਵੀ ਮੈਂ ਵੀ ਰੂਸ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈਗਾ। ਤੇ ਉਹ ਪਤਾ ਲੱਗਿਆ ਕਿ ਜਿਹੜਾ ਰਸੂਲ ਸੀਗਾ ਉਹਦੇ ਗੁਆਂਢ ਦੇ ਪਿੰਡੋਂ ਹੀ ਸੀਗਾ। ਤਾਂ ਉਹਨੇ ਉਹਨੂੰ ਆਖਿਆ ਵੀ ਮੈਂ ਆਪਦੇ ਪਿੰਡ ਜਾ ਰਿਹਾ ਤੇ ਚੱਲਣਾ ਪਿੰਡ ਨੂੰ? ਉਹ ਕਹਿੰਦਾ ਯਾਰ ਨਹੀਂ, ਮੈਂ ਇੱਥੇ ਹੁਣ ਵਿਆਹ ਵੀ ਕਰਾ ਲਿਆ, ਮੈਂ ਨੌਕਰੀ ਵੀ ਲੱਗ ਗਿਆ ਤੇ ਮੈਂ ਆਪਣੀ ਮਾਂ ਨੂੰ ਛੱਡ ਕੇ ਬੜੇ ਚਿਰ ਦਾ ਇੱਥੇ ਬੈਠਾ ਤੇ ਹੁਣ ਮੈਨੂੰ ਹਿਆ ਆਉਂਦੀ ਇਸ ਗੱਲ ਦੀ ਤੇ ਮੈਂ ਮਤਲਬ ਵਾਪਸ ਪਿੰਡ ਨਹੀਂ ਜਾ ਸਕਦਾ। ਤਾਂ ਹੋਇਆ ਇੱਦਾਂ ਕਿ ਜਦੋਂ ਰਸੂਲ ਪਿੰਡ ਮੁੜਿਆ ਤੇ ਉਹਦਾ ਸੁੱਖ ਸੁਨੇਹਾ ਲੈ ਕੇ ਇੱਕ ਮੁੜਿਆ ਕਿ ਉਹਦੀ ਮਾਂ ਨੂੰ ਜਾ ਕੇ ਮੈਂ ਮਿਲਾਂ। ਤਾਂ ਇੱਕ ਦਿਨ ਉਹਦੀ ਮਾਂ ਨੂੰ ਜਾ ਕੇ ਉਹ ਮਿਲਦਾ ਉਹਦੇ ਪਿੰਡ, ਉਹ ਅਵਾਰ ਬੋਲੀ ਉੱਥੇ ਬੋਲਦੇ ਹੈਗੇ
ਦਾਗਿਸਤਾਨ ਜਿਹੜਾ ਇਲਾਕਾ ਹੈਗਾ ਆ ਰੂਸ ਦਾ, ਉੱਥੇ ਉਹ ਅਵਾਰ ਭਾਸ਼ਾ ਬੋਲੀ ਜਾਂਦੀ ਜਿਵੇਂ ਸਾਡੀ ਪੰਜਾਬੀ ਹੈ। ਤਾਂ ਉਹ ਜਦੋਂ ਉਹਦੇ ਘਰੇ ਪਹੁੰਚਿਆ ਤੇ ਸਾਡੇ ਪੰਜਾਬ ਦੇ ਵਰਗਾ ਹੀ ਉਹਨਾਂ ਦਾ ਸੱਭਿਆਚਾਰ ਆ, ਤੇ ਉਹ ਜਿਹੜੀ ਮਾਂ ਸੀ ਉਹ ਚੌਂਕੇ 'ਚ ਬੈਠੀ ਸੀ, ਉਹਨੂੰ ਜਾ ਕੇ ਉਹਨੇ ਫਤਿਹ ਬੁਲਾਈ ਤੇ ਉਹਨੇ ਉਹਦੀ ਪੁੱਤ ਦੀ ਸੁੱਖ ਸਾਂਦ ਜਦੋਂ ਦੱਸੀ ਤੇ ਮਾਂ ਬੜੀ ਖੁਸ਼ ਹੋਈ ਵੀ ਮੇਰੇ ਪੁੱਤ ਦਾ ਜਿਹੜਾ ਆੜੀ ਆ ਉਹ ਆਇਆ ਉਹਦੀ ਸੁੱਖ ਸਾਂਦ ਲੈ ਕੇ। ਤੇ ਮਾਂ ਉਹਨੂੰ ਪੁੱਛਣ ਲੱਗੀ ਵੀ ਪੁੱਤਾਂ ਦੀ ਮੇਰਾ ਪੁੱਤ ਜਿਹੜਾ ਆ ਹੁਣ ਵੀ ਆਪਦੀ ਮਾਦਰੀ ਜ਼ਬਾਨ ਬੋਲਦਾ ਹੈ, ਯਾਨੀ ਅਵਾਰ ਭਾਸ਼ਾ ਬੋਲਦਾ ਹੈ। ਤਾਂ ਰਸੂਲ ਜਿਹੜਾ ਸੀ ਉਹ ਚੁੱਪ ਕਰ ਗਿਆ। ਉਹਨੇ ਫਿਰ 2 ਵਾਰੀ ਪੁੱਛਿਆ ਤੇ ਉਹ ਕਹਿਣ ਲੱਗਾ ਨਹੀਂ ਮਾਂ ਹੁਣ ਉਹ ਅਵਾਰ ਭਾਸ਼ਾ ਨਹੀਂ ਬੋਲਦਾ ਗਾ। ਤੇ ਉਹਦੀ ਮਾਂ ਨੇ ਲੰਮਾ ਸਾਰਾ ਘੁੰਡ ਕੱਢ ਲਿਆ। ਗਿੱਲ ਸਾਹਿਬ ਇਹ ਗੱਲ ਚਿੱਤ ਰੱਖਣ ਵਾਲੀ ਹੈ ਕਿ ਰੂਸ ਦੇ ਵਿੱਚ ਜਦੋਂ ਕਿਸੇ ਦੇ ਜਵਾਨ ਪੁੱਤ ਦੀ ਮੌਤ ਹੋ ਜੇ ਤਾਂ ਉੱਧਰਲੀਆਂ ਜਿਹੜੀਆਂ ਔਰਤਾਂ ਹੈਗੀਆਂ ਉਹ ਲੰਮਾ ਸਾਰਾ ਘੁੰਡ ਕੱਢ ਲੈਂਦੀਆਂ ਜੀ। ਤੇ ਉਸ ਮਾਂ ਨੇ ਜਿਹੜਾ ਲੰਮਾ ਸਾਰਾ ਘੁੰਡ ਜਦੋਂ ਕੱਢ ਲਿਆ ਤਾਂ ਰਸੂਲ ਨੇ ਕਿਹਾ ਮਾਂ ਇਹ ਕੀ ਕੀਤਾ, ਤੇਰਾ ਪੁੱਤ ਤਾਂ ਜਿਉਂਦਾ। ਉਹ ਕਹਿੰਦੀ ਨਹੀਂ, ਜਦੋਂ ਤੂੰ ਮੈਨੂੰ ਦੱਸਿਆ ਵੀ ਉਹ ਨੌਕਰੀ ਲੱਗ ਗਿਆ, ਉਹਦਾ ਉੱਥੇ ਵਿਆਹ ਹੋ ਗਿਆ, ਉਹ ਵਧੀਆ ਕੰਮ ਕਰ ਲੱਗਿਆ ਤਾਂ ਮੈਂ ਖੁਸ਼ ਸੀ। ਪੁੱਤ ਜਦੋਂ ਤੂੰ ਮੈਨੂੰ ਇਹ ਦੱਸਿਆ ਨਾ ਵੀ ਮੇਰੇ ਦੁੱਧ ਤੋਂ ਜਿਹੜੀ ਸਿੱਖ ਕੇ ਬੋਲੀ ਉਹ ਨਹੀਂ ਬੋਲਦਾ ਤੇ ਉਧਰ ਬੋਲੀ ਨਾਲੋਂ ਟੁੱਟ ਗਿਆ ਤੇ ਮੇਰੇ ਲਈ ਸਮਝ ਲਓ ਮਰ ਗਿਆ। ਤੇ ਇੱਕ ਮਾਂ ਦਾ ਐਡਾ ਜੇਰਾ ਸੀ। ਅੱਜ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈਗੀ ਆ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਪਾ ਦਿੱਤੀ ਗਈ ਹੈ ਕਿ ਤੁਸੀਂ ਆਪਦੀ ਬੋਲੀ ਨਾਲੋਂ ਜਿਹੜਾ ਹੈਗਾ ਅਗਰ ਜੁੜਦੇ ਹੋ ਤੇ ਉਹੀ ਬੋਲੀ ਅਗਰ ਤੁਸੀਂ ਪਿੰਡਾਂ ਤੋਂ ਸ਼ਹਿਰਾਂ ਤੱਕ ਆ ਕੇ ਬੋਲਦੇ ਹੋ ਤਾਂ ਇਹ ਇੱਕ ਫੂਡ ਭਾਸ਼ਾ ਹੈਗੀ ਆ, ਇਹ ਜਾਹਿਲਾਂ ਦੀ ਭਾਸ਼ਾ ਹੈਗੀ ਆ, ਅਨਪੜ੍ਹਾਂ ਦੇ ਗਵਾਰਾਂ ਦੀ ਭਾਸ਼ਾ ਹੈਗੀ ਆ। ਜਿਸ ਬੋਲੀ ਦੇ ਵਿੱਚ ਗਿੱਲ ਸਾਹਿਬ ਬਾਬੇ ਫਰੀਦ ਤੋਂ ਲੈ ਕੇ ਸਾਡੇ ਸੂਫੀਆਂ ਨੇ, ਸਾਡੇ ਗੁਰੂ ਸਾਹਿਬਾਂ ਨੇ, ਸਾਡੇ ਕਵੀਆਂ ਨੇ ਇੰਨਾ ਕੁਝ ਲਿਖਿਆ ਹੋਵੇ, ਐਡਾ ਉੱਤਮ ਸਾਹਿਤ ਦੁਨੀਆ ਦਾ ਰਚਿਆ ਹੋਵੇ, ਉਹ ਬੋਲੀ ਮਾੜੀ ਕਿਵੇਂ ਹੋ ਸਕਦੀ ਹੈ? ਜੀ 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 ਸੋ ਬਿਲਕੁਲ ਗੱਲ ਕਰੀਏ ਸਿੱਧੂ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਕੌਮਾਂਤਰੀ ਤੌਰ ਦੇ ਉੱਤੇ ਜਿਹੜਾ ਵਾ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਗਿਆ, ਉਸ ਦਿਨ ਬੜੀਆਂ ਥਾਂ ਦੇ ਉੱਤੇ ਸਭਾਵਾਂ ਹੁੰਦੀਆਂ ਨੇ, ਬੜੀਆਂ ਕਾਨਫਰੰਸਾਂ ਹੁੰਦੀਆਂ ਨੇ, ਬੜਾ ਕੁਝ ਹੁੰਦਾ ਹੈ। ਪਰ ਉਸ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਚੁੱਪ ਬੈਠ ਜਾਂਦੇ ਹਾਂ ਤੇ ਜਦੋਂ ਫਿਰ ਉਹ ਦਿਹਾੜਾ ਆਉਣ ਵਾਲਾ ਹੁੰਦਾ ਉਸ ਤੋਂ 10 ਕੁ ਦਿਨ ਪਹਿਲਾਂ ਅਸੀਂ ਫਿਰ ਸਰਗਰਮ ਹੋ ਜਾਂਦੇ ਹਾਂ। ਕਿੰਨੀ ਕੁ ਸੰਜੀਦਗੀ ਤੁਹਾਨੂੰ ਅੱਜ ਜਿਹੜੇ ਸਾਡੇ ਬੁੱਧੀਜੀਵੀ ਆ ਜਾਂ ਜਿਹੜਾ ਲੇਖਕ ਵਰਗ ਆ ਉਹਨਾਂ ਦੇ ਵਿੱਚ ਤੁਹਾਨੂੰ ਸੰਜੀਦਗੀ ਕਿੰਨੀ ਕੁ ਨਜ਼ਰ ਆ ਰਹੀ ਆ? ਕਿਉਂਕਿ ਗੱਲ ਕਰ ਲਈ ਜਾਵੇ ਭਾਸ਼ਾ ਦੀ, ਅਸੀਂ ਗੱਲ ਕਰਦੇ ਹਾਂ, ਉਹਨਾਂ ਦੀ ਲੇਖਣੀ ਦੇ ਵਿੱਚ ਵੀ ਕੁਝ ਅਜਿਹਾ ਲਿਖਿਆ ਹੁੰਦਾ ਜਿਹੜਾ ਆਮ ਬੰਦੇ ਦੀ ਸਮਝ ਦੇ ਵਿੱਚ ਨਹੀਂ ਆਉਂਦਾ, ਆਮ ਬੰਦੇ ਦੀ ਸਮਝ ਤੋਂ ਪਰੇ ਦੀ ਚੀਜ਼ ਹੁੰਦੀ ਆ। ਬਿਲਕੁਲ ਗਿੱਲ ਸਾਹਿਬ, ਸਵਾਲ ਤੁਸੀਂ ਇਕੱਠੇ 2 ਕਰਤੇ ਆ ਤੇ ਮੈਂ ਇਹਦਾ ਉਸੇ ਤਰ੍ਹਾਂ ਹੀ ਲਾਜਵਾਬ ਜਵਾਬ ਜਿਹੜਾ ਹੈਗਾ ਦੇਣਾ ਚਾਹੂੰਗਾ। ਰਾਸ਼ਦ ਹਸਨ ਰਾਣਾ ਹੋਰਾਂ ਨੇ ਇੱਕ ਲਿਖਤ ਦੇ ਵਿੱਚ ਕਿਹਾ ਹੈ ਕਿ ਇੱਕ ਵਾਰੀ ਤੇ ਦਿਲ ਦੇ ਵਿਹੜੇ ਰੁੱਤ ਫੁੱਲਾਂ ਦੀ ਢੁੱਕੇ, ਇੱਕ ਵਾਰੀ ਤੇ ਅੱਖਾਂ ਅੱਗੋਂ ਨੀਲੀ ਧੁੰਦ ਜਿਹੀ ਮੁੱਕੇ, ਇੱਕ ਵਾਰੀ ਤੇ ਰੂਹ ਦੇ ਅੰਦਰ ਕੋਈ ਤਾਂ ਸੂਰਜ ਲੱਥੇ, ਇੱਕ ਵਾਰੀ ਤੇ ਕੈਦੋਂ ਹਾਰੇ ਤਖਤ ਹਜ਼ਾਰਾ ਜਿੱਤੇ। ਤੇ ਅਸੀਂ ਤਖਤ ਹਜ਼ਾਰਿਆਂ ਨੂੰ ਜਿਤਾਉਣਾ ਆ। ਤਖਤ ਹਜ਼ਾਰੇ ਦੀ ਗੱਲ ਤੋਂ ਅਸੀਂ ਮਾਂ ਬੋਲੀ ਦੀ ਗੱਲ ਕਰਦੇ ਹਾਂ। ਸਾਨੂੰ ਕੈਦੋਂ ਨਾਲ ਕੋਈ ਮਤਲਬ ਨਹੀਂ, ਸਾਨੂੰ ਬਗਾਨੀਆਂ ਬੋਲੀਆਂ ਨਾਲ ਕੋਈ ਮਤਲਬ ਨਹੀਂ। ਬੋਲੀ ਕੋਈ ਮਾੜੀ ਨਹੀਂ ਹੁੰਦੀ। ਹੁਣ ਜਿਹੜੇ ਉਪਰਾਲੇ ਹੋ ਰਹੇ ਆ, ਮੈਂ ਇੱਕ ਜ਼ਿਕਰ ਕਰਨਾ ਚਾਹੂੰਗਾ। ਹਜੇ ਕੱਲ੍ਹ ਦਿਹਾੜੇ ਹੀ ਲਹਿੰਦੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸੀਗਾ ਉਹਨਾਂ ਨੇ ਇੱਕ ਜਿੱਤ ਪ੍ਰਾਪਤ ਕੀਤੀ ਆ। ਮੈਂ ਵਧਾਈ ਵੀ ਦੇਣਾ ਚਾਹੂੰਗਾ। ਅਗਰ ਲਹਿੰਦੇ ਪੰਜਾਬ ਦੇ ਦਰਸ਼ਕ ਵੀ ਸਾਡੇ ਇਹ ਪ੍ਰੋਗਰਾਮ ਦੇਖ ਰਹੇ ਆ, ਮੈਂ ਵਧਾਈ ਇਹ ਦੇਣੀ ਚਾਹੂੰਗਾ ਕਿ ਉੱਥੋਂ ਦੇ ਇੱਕ ਜੱਜ ਨੇ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜੀ ਹੈਗੀ ਆ ਪੰਜਾਬੀ ਬੋਲੀ ਜਿਹੜੀ ਕਿ ਆਪਾਂ ਗੁਰਮੁਖੀ ਵਾਲੇ ਆ, ਉਹ ਸ਼ਾਹਮੁਖੀ ਵਾਲੇ, ਤੇ ਉੱਥੇ ਜਿਹੜੀ ਸ਼ਾਹਮੁਖੀ ਆ 1ਵੀਂ ਤੋਂ 5ਵੀਂ ਤੱਕ ਲਾਗੂ ਕੀਤੀ। ਜਿਹੜੀ ਉਹਨਾਂ ਦੀ ਬਹੁਤ ਲੰਮੇ ਸਮੇਂ ਦੀ ਜਿਹੜੀ ਸੀ ਮੰਗ ਸੀਗੀ ਉਹ ਪੂਰੀ ਕੀਤੀ ਆ। ਤੇ ਦੂਜੀ ਗੱਲ ਇਹ ਹੈ ਕਿ ਸਾਡੇ ਇੱਥੇ ਜਿਹੜੇ ਹੁਣ ਇਸ ਤਰ੍ਹਾਂ ਦੇ ਸੰਘਰਸ਼ ਵਿੱਢਣੇ ਪੈ ਰਹੇ ਆ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਲਈ ਲਾਗੂ ਕਰਾਉਣ ਲਈ, ਤੇ ਉਹਦਾ ਕਾਰਨ ਅਸੀਂ ਤੁਸੀਂ ਸਾਰੇ ਜਾਣਦੇ ਹਾਂ। ਉਹਦੇ ਕਾਰਨ ਦੇਖੋ ਕੀ ਹੈ। ਤੁਸੀਂ ਇੱਕ ਗਲੀ ਬਾਜ਼ਾਰ ਮੁਹੱਲੇ ਵਿੱਚ ਆਪਦੇ ਸ਼ਹਿਰ 'ਚ ਨਿਕਲ ਜਾਓ, ਤੁਸੀਂ ਮੈਨੂੰ ਦੱਸੋ ਤੜਕੇ ਦੇ ਅਖਬਾਰ ਤੋਂ ਆਪਾਂ ਸ਼ੁਰੂ ਕਰ ਲਈਏ, ਤੁਹਾਡੇ ਅਖਬਾਰਾਂ ਵਿੱਚ ਇਸ਼ਤਿਹਾਰ ਆਉਂਦੇ ਆ ਉਹ ਅੰਗਰੇਜ਼ੀ ਦੇ ਵਿੱਚ, ਤੁਹਾਡੇ ਜਿਹੜੇ ਬਿੱਲ ਆਉਂਦੇ ਹੈਗੇ ਆ ਉਹ ਅੰਗਰੇਜ਼ੀ ਦੇ ਵਿੱਚ, ਬਿਜਲੀ ਦੇ ਬਿੱਲ ਨੂੰ ਲੈ ਲਓ ਉਹ ਅੰਗਰੇਜ਼ੀ ਦੇ ਵਿੱਚ ਹੈਗਾ। ਤੁਸੀਂ ਕਿਸੇ ਬੈਂਕ ਦੇ ਵਿੱਚ ਜਾਂਦੇ ਹੋ ਉੱਥੇ ਫਾਰਮ ਅੰਗਰੇਜ਼ੀ ਵਿੱਚ ਹੈਗੇ ਆ, ਜਦੋਂ ਕਿ ਉੱਥੇ ਇੱਕ ਪਿੰਡ ਵਾਲਾ ਜਿਹੜਾ ਵਿਚਾਰਾ ਬਿਲਕੁਲ ਅਨਪੜ੍ਹ ਬੰਦਾ ਉਹਦਾ ਵੀ ਤਾਂ ਉੱਥੇ ਖਾਤਾ ਖੁੱਲ੍ਹਿਆ ਪਿਆ, ਉਹ ਅੰਗਰੇਜ਼ੀ ਦੇ ਵਿੱਚ, ਉਹ ਕਿਵੇਂ ਪੜ੍ਹੂਗਾ ਉਹਨਾਂ ਨੂੰ ਫਾਰਮ? ਇਸੇ ਤਰ੍ਹਾਂ ਹੀ ਜਦੋਂ ਅਸੀਂ ਦੁਕਾਨਾਂ ਦੇ ਉੱਤੇ ਜਿਹੜੇ ਬੋਰਡ ਲੱਗੇ ਵੇਖਦੇ ਹਾਂ ਜਾਂ ਸਾਡੇ ਇਸ਼ਤਿਹਾਰ ਥਾਂ ਦੇ ਉੱਤੇ ਲੱਗੇ ਵੇਖਦੇ ਹੈਗੇ ਆ, ਉਹਨਾਂ ਦੀ ਬੋਲੀ ਦੀ ਅਸੀਂ ਗੱਲ ਕਰ ਲਈਏ, ਜਾਂ ਫਿਰ ਅਸੀਂ ਇਹ ਗੱਲ ਕਰ ਲਈਏ ਕਿ ਅਸੀਂ
ਅੱਜ ਮੀਲ ਪੱਥਰਾਂ ਦੀ ਗੱਲ ਕਰਦੇ ਹਾਂ। ਅਸੀਂ ਪਿੱਛੇ ਜੇ ਅਸੀਂ ਵੇਖਿਆ ਸੀਗਾ ਵੀ ਜਿਵੇਂ ਪੋਚੇ ਫੇਰੇ ਗਏ ਹੈਗੇ, ਜਿਹੜੀਆਂ ਨਵੀਆਂ ਸੜਕਾਂ ਬਣੀਆਂ ਹੈਗੀਆਂ ਉਹਨਾਂ ਦੇ ਉੱਤੇ ਜਿੰਨੇ ਵੀ ਇਹਨਾਂ ਨੇ ਸੂਚਕ ਬੋਰਡ ਲਾਏ ਹੋਏ ਆ, ਸੂਚਨਾ ਬੋਰਡਾਂ ਦੇ ਉੱਤੇ ਜਿਹੜੀ ਆ ਉਹ ਮਾਂ ਬੋਲੀ ਪੰਜਾਬੀ ਨੂੰ ਤਰਜੀਹ ਨਹੀਂ ਦਿੱਤੀ। ਚੰਡੀਗੜ੍ਹ 'ਚ ਵੀ ਇਹੀ ਹਾਲ ਹੈ, ਚੰਡੀਗੜ੍ਹ ਦਾ ਵੀ ਇਹ ਹਾਲ ਹੈ। ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਚੰਡੀਗੜ੍ਹ ਅੱਜ ਸਭ ਤੋਂ ਪਹਿਲੇ ਨੰਬਰ ਦੇ ਉੱਤੇ, ਉੱਥੇ ਅੰਗਰੇਜ਼ੀ ਤੇ ਦੂਜੇ ਤੇ ਹਿੰਦੀ ਤੇ ਤੀਸਰੇ ਦੇ ਉੱਤੇ ਪੰਜਾਬੀ। ਹਾਂਜੀ ਬਿਲਕੁਲ। ਅੱਛਾ, ਉੱਥੇ ਹੁਣ ਕੀ ਆ ਵੀ ਚੰਡੀਗੜ੍ਹ ਜਾ ਕੇ ਸਭ ਤੋਂ ਵੱਧ ਦੁੱਖ ਆਉਂਦਾ ਹੈਗਾ। ਜਿਵੇਂ ਹੁਣ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਹੁਣ ਕਹਿਣਾ ਚਾਹੀਦਾ ਸੀ ਵੀ ਇਹ ਮੱਧ ਮਾਰਗ, ਉਹਨੂੰ ਲਿਖਿਆ ਮੱਧਮ ਮਾਰਗ ਆ ਦਕਸ਼ਿਣ ਮਾਰਗ ਆ ਫਲਾਨਾ। ਇਹ ਕੀ ਹੈ? ਪੰਜਾਬੀ ਚੰਡੀਗੜ੍ਹ ਸਾਡਾ ਪੰਜਾਬ ਦੀ ਧਰਤੀ ਤੇ ਵਸਿਆ ਹੋਇਆ, ਉਹ ਸਾਡੇ ਨਾਲ ਹੀ ਆਹ ਨਿਆਂ ਹੋਈ ਜਾਂਦਾ। ਸਾਡੀ ਆਪਣੀ ਬੋਲੀ ਵਾਸਤੇ ਸਾਨੂੰ ਸੰਘਰਸ਼ ਵਿੱਢਣਾ ਪੈ ਰਿਹਾ। ਦੇਖੋ, ਜਦੋਂ ਇੱਕ ਕੌਮਾਂਤਰੀ ਦਿਵਸ ਆਉਂਦਾ ਹੈ ਉਦੋਂ ਠੀਕ ਆ, ਜਥੇਬੰਦੀਆਂ ਜਾਂ ਸਾਡੇ ਵਰਗੇ ਚਿੰਤਕ ਉਹ ਉੱਠਦੇ ਆ, ਇਹਨਾਂ ਤੇ ਕੰਮ ਕਰਦੇ ਹੈਗੇ ਆ, ਪਰ ਇਹ ਹੋਣਾ ਚਾਹੀਦਾ ਕਿ ਦਿਨ ਰਾਤ ਤੁਹਾਡੇ ਲਹੂ ਦੇ ਵਿੱਚ, ਤੁਹਾਡੇ ਤਨ ਮਨ ਦੇ ਵਿੱਚ ਜਿਹੜੀ ਬੋਲੀ ਪੰਜਾਬੀ ਦੀ ਉਹ ਗੱਲ ਹੋਣੀ ਚਾਹੀਦੀ ਹੈ, ਤਾਂ ਕਿ ਤੁਸੀਂ ਲਗਾਤਾਰ ਉਸ ਚੀਜ਼ ਨੂੰ ਲਾਗੂ ਕਰ ਸਕੋ ਜੀ। ਦੂਜੀ ਹੁਣ ਜਿਹੜੀ ਗੱਲ ਤੁਸੀਂ ਪੁੱਛੀ ਸੀਗੀ, ਇਹ ਜਿਹੜੇ ਬੁੱਧੀਜੀਵੀ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਆ, ਜਦੋਂ ਅਸੀਂ ਉਹਨਾਂ ਦੀ ਕੋਈ ਵੀ ਕਿਤਾਬ ਸਾਡੇ ਹੱਥਾਂ ਤੱਕ ਪਹੁੰਚਦੀ ਹੈ ਤਾਂ ਉਹਦੇ ਵਿੱਚ ਜਿਹੜੇ ਸਾਡੇ ਸ਼ਬਦ ਹੈ ਉਹ ਮਰ ਰਹੇ ਆ। ਮਿਸਾਲ ਮੈਂ ਦੇਣੀ ਚਾਹੂੰਗਾ, ਸਾਡੇ ਕਿਸੇ ਕਿਤਾਬ ਦੀ ਜਦੋਂ ਅਸੀਂ ਅੰਗਰੇਜ਼ੀ 'ਚ ਆਪਾਂ ਕਹਿੰਦੇ ਰਿਲੀਜ਼ ਕਰਨਾ, ਪੰਜਾਬੀ ਦੇ ਵਿੱਚ ਆਪਾਂ ਉਹਨੂੰ ਕਹਿ ਦਿੰਦੇ ਆ ਵੀ ਸਾਡੇ ਇੱਕ ਸ਼ਬਦ ਵਰਤ ਜਾਂਦਾ ਘੁੰਡ ਚਕਾਈ। ਘੁੰਡ ਚਕਾਈ ਕਿਹਦੀ ਹੁੰਦੀ ਗੱਲ ਸਾਹਿਬ? ਇਹ ਬੜਾ ਅਜੀਬ ਜਿਹਾ ਲੱਗਦਾ। ਮੁੱਖ ਵਿਕਾਈ ਔਰ ਹਿੰਦੀ 'ਚ ਕਹਿੰਦੇ ਵਿਮੋਚਨ ਕਰਨਾ, ਅਸੀਂ ਜ਼ਿਆਦਾ ਕਹਿੰਦੇ ਵਿਮੋਚਨ ਹੋ ਰਿਹਾ। ਵਿਮੋਚਨ ਦਾ ਕੋਈ ਮਤਲਬ ਨਹੀਂ, ਉੱਥੇ ਹੋਣਾ ਚਾਹੀਦਾ ਕਿ ਇਸ ਕਿਤਾਬ ਦੀ ਜਿਹੜੀ ਆ ਉਹ ਮੁੱਖ ਵਿਖਾਈ ਜਿਹੜੀ ਆ ਉਹ ਹੋ ਰਹੀ ਹੈ। ਦੂਜੇ ਪਾਸੇ ਜਿਹੜੇ ਉਹਨਾਂ ਦੇ ਜਿਹੜੇ ਸ਼ਬਦ ਹੈ, ਉਹ ਸ਼ਬਦ ਇੰਨੇ ਔਖੇ ਔਖੇ ਤੇ ਭਾਰੇ ਸ਼ਬਦ ਹੁੰਦੇ ਕਿ ਆਮ ਜਿਹੜਾ ਪਾਠਕ ਹੈ ਉਹਦੇ ਉੱਤੋਂ ਦੇ ਵਿੱਚ ਨਹੀਂ ਆਉਂਦੇ। ਤੁਸੀਂ ਦੇਖਿਆ, ਉਹ ਸਮਝ ਤੋਂ ਬਾਹਰ ਹੋ ਜਾਂਦੇ। ਔਰ ਇਹਦੇ ਵਿੱਚ ਇੱਕ ਮੈਂ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਜੇ ਤੁਹਾਡੀ ਬੋਲੀ ਦੇ ਸ਼ਬਦ ਕਿਸੇ ਨੇ ਸਾਂਭ ਕੇ ਰੱਖੇ ਆ ਗਿੱਲ ਸਾਹਿਬ, ਤੇ ਉਹ ਸਾਡੇ ਹਾਲੀ ਪਾਲੀ ਚਰਵਾਹੇ, ਸਾਡੇ ਪਿੰਡਾਂ ਦੀਆਂ ਸੱਥਾਂ 'ਚ ਬਹਿਣ ਵਾਲੇ ਬਜ਼ੁਰਗ, ਸਾਡੇ ਉਹ ਗਾੜੀਬਾਨ, ਸਾਡੇ ਉਹ ਲਹਾਰ, ਸਾਡੇ ਉਹ ਤਖਾਣ, ਸਾਡੇ ਉਹ ਪੁਰਾਣੇ ਉਹ ਲੋਕ ਜਿਹੜੇ ਸਾਡੇ ਵਿਰਸੇ ਨਾਲ ਪੰਜਾਬੀ ਨਾਲ ਜੁੜੇ ਹੋਏ ਆ, ਉਹਨਾਂ ਦੇ ਕੋਲੋਂ ਉਹ ਲਫ਼ਜ਼ ਜਿਹੜੇ ਆ, ਉਹ ਸ਼ਬਦ ਜਿਹੜੇ ਆ ਉਹ ਹਜੇ ਨਹੀਂ ਮਰੇਗੇ। ਸੋ ਬੁੱਧੀਜੀਵੀਆਂ ਨੂੰ ਮੈਨੂੰ ਤਾਂ ਚਾਹੀਦਾ ਵੀ ਜੇ ਕਿਸੇ ਨੇ ਵਾਕਈ ਪੰਜਾਬੀ ਮਾਂ ਬੋਲੀ ਦੇ ਉੱਤੇ ਕੋਈ ਖੋਜ ਕਾਰਜ ਕਰਨਾ ਹੋਵੇ ਤਾਂ ਜ਼ਰੂਰ ਇਹਨਾਂ ਪਿੰਡਾਂ ਵਾਲਿਆਂ ਕੋਲੇ ਜਾ ਕੇ ਖੋਜ ਕਰੋ, ਇਹਨਾਂ ਕੋਲੇ ਹਜੇ ਸ਼ਬਦ ਖਤਮ ਨਹੀਂ ਹੋਏਗੇ। ਜੀ ਬਿਲਕੁਲ। ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਤਾਂ ਪੰਜਾਬੀ ਮਾਂ ਬੋਲੀ ਨੂੰ ਇਹ ਤਾਂ ਮੰਨਿਆ ਜਾ ਸਕਦਾ ਆ ਕਿ ਕਿਸੇ ਹੋਰ ਮੁਲਕ ਦੇ ਵਿੱਚ ਸੰਘਰਸ਼ ਕਰਨਾ ਪਵੇ, ਪਰ ਇਹ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਬੜਾ ਦੁਖਦਾਈ ਆ ਕਿ ਪੰਜਾਬੀ ਬੋਲੀ ਨੂੰ ਪੰਜਾਬ ਦੇ ਵਿੱਚ ਵੀ ਸੰਘਰਸ਼ ਕਰਨਾ ਪੈ ਰਿਹਾ। ਇਸ ਦੇ ਕਾਰਨ ਕੀ ਸਮਝਦੇ ਹੋ? ਬਿਲਕੁਲ, ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ, ਮੈਂ ਦੁਬਾਰਾ ਵੀ ਇਹੀ ਕਹੂੰਗਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਇਹ ਸਾਰੀਆਂ ਸਥਿਤੀਆਂ ਉੱਭਰ ਕੇ ਸਾਹਮਣੇ ਆ ਰਹੀਆਂ ਹੈਗੀਆਂ, ਉਹਦੇ ਵਿੱਚ ਇਹ ਹੈ ਕਿ ਕਿਸੇ ਵੀ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਹਦੀ ਬੋਲੀ ਨੂੰ ਖਤਮ ਕਰ ਦਿਓ। ਬਹੁਤ ਸਾਰੀਆਂ ਕਿਤਾਬਾਂ, ਮੈਂ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਵੀ ਕਹੂੰਗਾ ਕਿ ਬਹੁਤ ਸਾਰੀਆਂ ਕਿਤਾਬਾਂ ਇਹੋ ਜਿਹੀਆਂ ਛਪਦੀਆਂ ਗੁਰੂ ਸਾਹਿਬਾਂ ਬਾਰੇ ਵੀ ਛਪੀਆਂ, ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਕੁਝ ਸ਼ਬਦ ਜਿਹੜੇ ਉਹ ਇੱਦਾਂ ਦੇ ਲਾਏ ਗਏ ਹੈਗੇ ਆ। ਦੂਜੇ ਪਾਸੇ ਸਾਡੀ ਜਿਹੜੀ ਬੋਲੀ ਦੇ ਜਿਹੜੇ ਸ਼ਬਦ ਆ ਉਹਨਾਂ ਨੂੰ ਖਤਮ ਕਰਕੇ ਇੱਕ ਇਹੋ ਜਿਹੀ ਭਾਰੀ ਭਾਸ਼ਾ ਜਿਹੜੀ ਉੱਥੇ ਲਾ ਦਿੱਤੀ ਗਈ ਹੈ। ਤੀਜਾ ਇਹ ਹੈ ਕਿ ਸਾਜ਼ਿਸ਼ ਜਿਹੜੀ ਹੈਗੀ ਆ ਉਹ ਸੈਂਟਰ ਤੋਂ ਹੀ ਚੱਲ ਰਹੀ ਆ ਜੀ। ਪੰਜਾਬ ਦੇ ਦੁਖੀ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਵੈਰ ਵਿੱਢੀ ਬੈਠੇ ਆ। ਇਹ ਵੈਰ ਇਹੀ ਆ ਕਿ ਇਹਨਾਂ ਪੰਜਾਬੀਆਂ ਦੀ ਜ਼ਬਾਨ ਖਤਮ ਕਰ ਦਿਓ ਤੇ ਇਹ ਆਪਣੇ ਆਪ ਖਤਮ ਹੋ ਜਾਣਗੇ। ਇਹ ਬਹੁਤ ਸਾਰੀਆਂ ਕੋਝੀਆਂ ਸਾਜ਼ਿਸ਼ਾਂ ਹੈਗੀਆਂ ਔਰ ਜਿਹੜਾ ਇੱਕ ਰਾਸ਼ਟਰੀਕਰਨ ਦੇ ਨਾਂ ਦੇ ਉੱਤੇ ਵੀ, ਹਿੰਦੂਕਰਨ ਦੇ ਨਾਂ ਦੇ ਉੱਤੇ ਵੀ, ਭਗਵਾਕਰਨ ਦੇ ਨਾਂ ਦੇ ਉੱਤੇ ਵੀ ਜਿਹੜੀ ਆ ਮਾਂ ਬੋਲੀ ਪੰਜਾਬੀ ਨੂੰ ਜਿਹੜੀ ਉਹ ਢਾਹ ਲਾਈ ਜਾ ਰਹੀ ਆ। ਪਰ ਜਿੰਨਾ ਚਿਰ ਪੰਜਾਬੀ ਸੁਚੇਤ ਖੁਦ ਨਹੀਂ ਹੁੰਦੇਗੇ ਉਹਨਾਂ ਚਿਰ ਇਹਦਾ ਹੱਲ ਨਹੀਂ ਹੋਣਾਗਾ, ਕਿਉਂਕਿ ਕੋਈ ਵੀ ਕੌਮ ਆਪਣੀ ਬੋਲੀ ਨੂੰ ਜਿੰਨਾ ਚਿਰ ਉਹਦਾ ਪੂਰੀ ਤਰ੍ਹਾਂ ਪੀਚਵੀਂ ਗੰਢ ਬੰਨ੍ਹ ਕੇ ਰੱਖਦੀ ਆ ਤੇ ਉਹ ਬੋਲੀ ਕਦੇ ਵੀ ਗਿੱਲ ਸਾਹਿਬ ਖਤਮ ਨਹੀਂ ਹੋ ਸਕਦੀ। ਅਸੀਂ ਆਪਦੀ ਬੋਲੀ ਨੂੰ ਬਚਾਉਣਾ ਹੈ ਤੇ ਸਭ ਤੋਂ ਪਹਿਲਾਂ ਸਾਨੂੰ ਆਪਦੇ ਘਰਾਂ ਤੋਂ ਸ਼ੁਰੂਆਤ ਕਰਨੀ ਪਊਗੀ। ਜਿਹੜੇ ਮੈਂ ਤੇ ਜ਼ਿਕਰ ਕਰਦੇ ਹਾਂ, ਜਿਹੜੇ ਤੁਸੀਂ ਵਿਆਹਾਂ ਦੇ ਜਿਹੜੇ ਆਪਦੇ ਕਾਰਡ ਛਪਾਉਂਦੇ ਹੋ ਜਾਂ ਕੋਈ ਸੱਦਾ ਪੱਤਰ ਛਪਾਉਂਦੇ ਹੋ, ਉਹ ਤੁਹਾਡੇ ਸੱਦਾ ਪੱਤਰ ਪੰਜਾਬੀ 'ਚ ਹੋਣੇ ਚਾਹੀਦੇ ਆ। ਘਰ ਦੇ ਬਾਹਰ ਵੀ ਜਿਹੜਾ ਨਾਂ ਲਿਖਣਾ ਹੈ ਉਹ ਪੰਜਾਬੀ 'ਚ ਹੋਣਾ ਚਾਹੀਦਾ। ਜੇ ਇੱਥੋਂ ਸ਼ੁਰੂਆਤ ਹੋਊਗੀ ਤੇ ਜੇ ਤੁਸੀਂ ਬਾਹਰਲੇ ਸਾਰੇ ਲੋਕਾਂ ਨਾਲੋਂ, ਬਾਹਰੋਂ ਆਉਣ ਵਾਲੇ ਜਿਹੜੇ ਵਿਦੇਸ਼ੀ ਆ ਉਹਨਾਂ ਨਾਲ ਤੁਸੀਂ ਆਪਦੀ ਬੋਲੀ 'ਚ ਗੱਲ ਕਰ ਲਓ ਤੇ ਕੋਈ ਮਾੜੀ ਗੱਲ ਨਹੀਂ ਹੈਗੀ। ਉਹਨਾਂ ਨੂੰ ਆਪਦੀ ਬੋਲੀ ਸਿਖਾਓ, ਤੁਸੀਂ ਉਹਨਾਂ ਦੀ ਭਾਸ਼ਾ ਵਿੱਚ ਨਾ ਢਲੋ। ਜਿਸ ਦਿਨ ਤੁਸੀਂ ਇਸ ਗੱਲੋਂ ਜਾਗ ਪਏ ਤਾਂ ਮੈਂ ਸਮਝੂਗਾ ਸਾਡੀ ਬੋਲੀ ਜਿਹੜੀ ਉਹ ਕਦੇ ਖਤਮ ਨਹੀਂ ਹੋ ਸਕਦੀ। ਜੀ। ਸੋ ਬਿਲਕੁਲ ਸਿੱਖ ਚੈਨਲ ਜਿਹੜਾ ਹੈ ਉਹ ਇਸ ਚੀਜ਼ ਲਈ ਵਧਾਈ ਦਾ ਪਾਤਰ ਆ ਕਿ
ਲਗਾਤਾਰ ਸਿੱਖ ਚੈਨਲ ਦੇ ਉੱਤੇ ਇਸ ਪ੍ਰਤੀ ਯਤਨ ਹੁੰਦੇ ਰਹਿੰਦੇ ਆ। ਵੱਖ-ਵੱਖ ਪ੍ਰੋਗਰਾਮ ਤੁਸੀਂ ਦੇਖਦੇ ਹੋ ਪੰਜਾਬੀ ਬੋਲੀ ਨੂੰ ਲੈ ਕੇ ਸਿੱਖ ਚੈਨਲ ਦੇ ਉੱਤੇ ਲਗਾਤਾਰ ਸਾਰਾ ਸਾਲ ਜਿਹੜੇ ਆ ਉਹ ਚੱਲਦੇ ਰਹਿੰਦੇ ਆ। ਅਸੀਂ ਉਹਨਾਂ ਚੋਂ ਨਹੀਂ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਆ ਕੇ ਸਰਗਰਮ ਹੁੰਦੇ ਆ ਜਦੋਂ ਕੌਮਾਂਤਰੀ ਪੰਜਾਬੀ ਮਾਂ ਬੋਲੀ ਦਿਵਸ ਜਿਹੜਾ ਉਦੋਂ ਮਨਾਇਆ ਜਾਂਦਾ ਆ। ਸੋ ਇਸ ਦੇ ਨਾਲ ਸਿੱਧੂ ਸਾਹਿਬ ਮੈਂ ਇਹ ਵੀ ਪੁੱਛਣਾ ਚਾਹੂੰਗਾ ਕਿ ਸਰਕਾਰਾਂ ਦਾ ਕੀ ਯਤਨ ਤੁਸੀਂ ਸਮਝਦੇ ਹੋ ਹੋਣਾ ਚਾਹੀਦਾ ਆ। ਲక్ష్మణ ਸਿੰਘ ਗਿੱਲ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਪਹਿਲੇ ਉਹ ਮੁੱਖ ਮੰਤਰੀ ਸਨ ਜਿਨ੍ਹਾਂ ਨੇ ਦਫ਼ਤਰੀ ਤੌਰ ਦੇ ਉੱਤੇ ਭਾਸ਼ਾ ਜਿਹੜੀ ਆ ਉਹ ਲਾਗੂ ਕੀਤੀ ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਤੱਕ ਦਾ ਸਫ਼ਰ ਜਿਹੜਾ ਹੈ ਉਹ ਕਿਵੇਂ ਦਾ ਰਿਹਾ, ਫਿਰ ਅੰਗਰੇਜ਼ੀ ਜਿਹੜੀ ਹਾਵੀ ਹੋ ਗਈ। ਬਿਲਕੁਲ, ਦੇਖੋ ਇਹ ਇੱਕ ਬਹੁਤ ਵਧੀਆ ਉਸ ਵੇਲੇ ਦੀ ਘਟਨਾ ਸੀ ਜਦੋਂ ਲక్ష్మణ ਸਿੰਘ ਗਿੱਲ ਮੁੱਖ ਮੰਤਰੀ ਪੰਜਾਬ ਹੁੰਦੇ ਸੀ ਤਾਂ ਉਹਨਾਂ ਨੇ ਇਹ ਕੀਤਾ ਸੀਗਾ ਕਿ ਪੰਜਾਬ ਦੀ ਜਿਹੜੀ ਦਫ਼ਤਰੀ ਜ਼ੁਬਾਨ ਹੈਗੀ ਆ ਉਹ ਅੰਗਰੇਜ਼ੀ ਦੀ ਬਜਾਏ ਸਾਡੀ ਪੰਜਾਬੀ ਹੋਣੀ ਚਾਹੀਦੀ ਜੀ। ਪਰ ਜਿਵੇਂ ਹੀ ਉਹਨਾਂ ਦਾ ਕਾਰਜਕਾਲ ਖਤਮ ਹੋਇਆ, ਮਤਲਬ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਉਹ ਪੂਰਾ ਮੁੱਖ ਮੰਤਰੀ ਕਾਰਜਕਾਲ ਉਹਨਾਂ ਦਾ ਪੂਰਾ ਨਹੀਂ ਸੀ ਹੋਇਆ ਤੇ ਉਹਨਾਂ ਨੂੰ ਗੱਦੀਓਂ ਲਾਹ ਦਿੱਤਾ ਗਿਆ ਸੀ। ਇਸ ਕਰਕੇ ਵੀ ਜਿਹੜੀ ਵਿਰੋਧੀ ਲਾਬੀ ਸੀ ਉਹ ਤਾਂ ਪਹਿਲਾਂ ਹੀ ਇਹ ਕੁਝ ਚਾਹੁੰਦੀ ਸੀ, ਉਹ ਤਾਂ ਚਾਹੁੰਦੀ ਨਹੀਂ ਸੀ ਵੀ ਇਹੋ ਜਿਹਾ ਮੁੱਖ ਮੰਤਰੀ ਆਵੇ ਜਿਹੜਾ ਮਾਂ ਬੋਲੀ ਪੰਜਾਬੀ ਦੀ ਗੱਲ ਕਰੇ। ਤੇ ਉਸ ਤੋਂ ਬਾਅਦ ਜਿਹੜੇ ਸੰਘਰਸ਼ ਸੀਗਾ ਉਹ ਇਹ ਹੋਇਆ ਕਿ ਦੇਖੋ ਦੇਸ਼ ਦੇ ਵਿੱਚ ਪੁਨਰ ਗਠਨ ਐਕਟ ਜਿਹੜਾ ਹੋਇਆ ਸਾਰੇ ਸੂਬਿਆਂ ਦਾ, ਜਦੋਂ ਪੰਜਾਬੀ ਸੂਬਾ ਸਾਡਾ ਬਣਿਆ ਉਹਦੇ ਪਿੱਛੇ ਜਿਹੜੀ ਇੱਕ ਬਹੁਤ ਵੱਡਾ ਸੰਘਰਸ਼ ਸਾਨੂੰ ਕਰਨਾ ਪਿਆ ਉਹ ਵਿੱਚ 84 ਕਿਉਂ ਸ਼ੁਰੂ ਹੋਇਆ। 84 ਦੇ ਸਾਡੇ ਮੁੱਦੇ ਜਾਂ ਅਨੰਦਪੁਰ ਸਾਹਿਬ ਦਾ ਜਿਹੜਾ ਸਾਡਾ ਮੁੱਦਾ ਸੀ ਉਹਦੇ ਵਿੱਚ ਇੱਕ ਖਾਸ ਗੱਲ ਵੀ ਸੀ ਕਿ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਆ ਉਹਨੂੰ ਵੀ ਅੱਗੇ ਆਉਣਾ ਚਾਹੀਦਾ ਤੇ ਉਸ ਕਰਕੇ ਕੀ ਸੀਗਾ ਕਿ ਸਾਨੂੰ ਉਹ ਸੰਘਰਸ਼ ਜਿਹੜਾ ਸੀਗਾ ਉਹ ਲਗਾਤਾਰ ਜਾਰੀ ਰੱਖਣਾ ਪਿਆ ਕਿਉਂਕਿ ਸਾਡੀ ਜਿਹੜੀ ਬੋਲੀ ਹੈਗੀ ਆ ਬਾਕੀ ਰਾਜਾਂ ਦੇ ਵਿੱਚ ਪੁਨਰ ਗਠਨ ਐਕਟ ਪਾਸ ਕਰਕੇ ਉੱਥੇ ਉਹਨਾਂ ਦੀ ਬੋਲੀ ਲਾਗੂ ਕੀਤੀ, ਉਹਨਾਂ ਦੀ ਜ਼ੁਬਾਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਸੀਗੇ ਸਾਰੇ ਕਾਰਜ ਹੁੰਦੇ ਆ। ਹੁਣ ਦੇਖੋ ਸਾਡੇ ਸਾਹਮਣੇ ਚੀਨ ਦੀ ਬਹੁਤ ਵੱਡੀ ਮਿਸਾਲ ਹੈ। ਚੀਨ ਦੇ ਵਿੱਚ ਕੀ ਹੋ ਰਿਹਾ ਕਿ ਚੀਨ ਨੇ ਜਿੰਨਾ ਵੀ ਆਪਣਾ ਸਰਕਾਰੀ ਦਫ਼ਤਰੀ ਕੰਮ ਹੈਗਾ, ਜਿੰਨੇ ਵੀ ਉਹਨਾਂ ਦੇ ਕੰਪਿਊਟਰ ਸੌਫਟਵੇਅਰ ਦਾ ਕੰਮ ਹੈਗਾ ਉਹ ਸਾਰੇ ਦਾ ਸਾਰਾ ਉਹਨਾਂ ਨੇ ਆਪਣੀ ਬੋਲੀ 'ਚ ਕਰਤਾ। ਔਰ ਦੇਖੋ ਹੈਰਾਨੀ ਦੀ ਗੱਲ ਹੈ ਕਿ ਚੀਨ ਜਿਹੜਾ ਹੈਗਾ ਆ ਉਹ ਦੂਸਰੀਆਂ ਜਿਹੜੀਆਂ ਲੋਕਾਂ ਦੀ ਜਿਹੜੀ ਜ਼ੁਬਾਨ ਅੰਗਰੇਜ਼ੀ ਖਾਸ ਤੌਰ 'ਤੇ ਉਹਨੂੰ ਜਲਦੀ ਉਹ ਉੱਥੋਂ ਚੀਜ਼ਾਂ ਉਹ ਲੈ ਲੈਂਦੇ ਹੈਗੇ, ਪਰ ਉਹਨਾਂ ਦੀ ਜ਼ੁਬਾਨ ਨੂੰ ਛੇਤੀ ਨਹੀਂ ਜਿਹੜਾ ਹੈਗਾ ਕੋਈ ਸਿੱਖ ਸਕਦਾ। ਜੇ ਸਾਡੀ ਵੀ ਜ਼ੁਬਾਨ ਹੋਵੇ ਤਾਂ ਲੋਕ ਆਪੇ ਕੋਸ਼ਿਸ਼ ਕਰਨਗੇ ਕਿ ਪੰਜਾਬੀ ਨੂੰ ਸਿੱਖੀ ਜਾਵੇ ਯਾਰ ਅਸੀਂ ਉਹਨੂੰ ਸਮਝ ਸਕੀਏ। ਸਾਨੂੰ ਜਿਹੜੀ ਸਾਨੂੰ ਆਪਣੀ ਜ਼ੁਬਾਨ ਹੈ ਉਹ ਸਾਨੂੰ ਨਹੀਂ ਛੱਡਣੀ ਪੈਣੀ ਜੀ। ਸਮਾਂ ਜਿਹੜਾ ਆਪਣੇ ਕੋਲ ਥੋੜਾ ਸਰਲ ਭਾਸ਼ਾਵਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸ਼ਾਇਦ ਉਹਨਾਂ ਚੋਂ ਇੱਕ ਭਾਸ਼ਾ ਹੈਗੀ ਹੈ ਕਿ ਜਿਹੜੀਆਂ ਬਹੁਤ ਸੌਖੀਆਂ ਸਿੱਖੀਆਂ ਜਾਂਦੀਆਂ। ਬਿਲਕੁਲ, ਕੋਈ ਸ਼ੱਕ ਨਹੀਂ। ਦੇਖੋ ਸਾਡੇ ਕੋਲੇ ਪੰਜਾਬੀ ਜ਼ੁਬਾਨ ਦੀ ਅਮੀਰੀ ਇਹ ਹੈ ਕਿ ਪੰਜਾਬੀ ਜ਼ੁਬਾਨ ਇੱਕ ਅਜਿਹੀ ਜ਼ੁਬਾਨ ਹੈ ਜਿਸ ਬਾਰੇ ਕਿਸੇ ਵਿਦਵਾਨ ਨੇ ਕਿਹਾ ਆ ਕਿ ਇੱਕ ਅਜਿਹਾ ਝਰੋਖਾ ਆ ਜਿਹਦੇ ਵਿੱਚ ਖਿੜਕੀਆਂ ਵੀ ਹੈਗੀਆਂ, ਠੰਡੀ ਹਵਾ ਵੀ ਆਉਂਦੀ ਹੈਗੀ ਆ, ਖੂਬਸੂਰਤ ਨਜ਼ਾਰੇ ਵੀ ਜਿਹੜੇ ਆ ਉਹ ਨਜ਼ਰ ਆਉਂਦੇ ਪੰਜਾਬੀ ਜ਼ੁਬਾਨ ਦੇ ਜ਼ਰੀਏ। ਪਰ ਇਹਦੇ ਨਾਲ ਜਿਹੜੀਆਂ ਸਾਡੀਆਂ ਉਪ ਬੋਲੀਆਂ ਗਿੱਲ ਸਾਹਿਬ, ਜਿਵੇਂ ਹੁਣ ਅਸੀਂ ਪੰਜਾਬ ਦੇ ਵਿੱਚ ਮਲਵਈ ਆ, ਮਾਲਵੇ ਦਾ ਖੇਤਰ ਆ ਗਿਆ, ਮਾਲਵਾ, ਮਾਝਾ, ਦੁਆਬਾ, ਪਵਾਦ, ਫਿਰ ਇਹ ਚਾਰੇ ਖਿੱਤਿਆਂ ਦੀ ਅਲੱਗ-ਅਲੱਗ ਬੋਲੀ ਬੜੀ ਖੂਬਸੂਰਤੀ ਹੈ ਪੰਜਾਬੀ ਦੀ। ਫਿਰ ਇਹਦੇ ਵਿੱਚ ਜਿਹੜੀਆਂ ਇਹਦੀਆਂ ਉਪ ਬੋਲੀਆਂ ਜਿਹੜੀਆਂ ਹੈਗੀਆਂ ਜਿਹਦੇ ਵਿੱਚ ਅਸੀਂ ਬਾਂਗਰ ਦੀ ਭਾਸ਼ਾ ਕਹਿ ਦਿੰਦੇ ਹਾਂ, ਇਹਦੇ ਵਿੱਚ ਸਿੰਧੀ ਭਾਸ਼ਾ ਕਹਿ ਦਿੰਦੇ, ਇਹਦੇ ਵਿੱਚ ਅਸੀਂ ਡੋਗਰੀ ਭਾਸ਼ਾ ਦੀ ਗੱਲ ਕਰ ਲੈਂਦੇ ਹੈਗੇ ਆ। ਇਹਦੇ ਵਿੱਚ ਹੀ ਅਸੀਂ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਭਾਸ਼ਾਵਾਂ ਬੋਲੀਆਂ ਜਾਂਦੀਆਂ ਸੀ ਜਿਹਦੇ ਵਿੱਚ ਮੈਂ ਥੋੜ੍ਹਾ ਜ਼ਿਕਰ ਕਰੂੰਗਾ, ਉਹਦਾ ਕਦੇ ਜ਼ਿਕਰ ਨਹੀਂ ਹੋਇਆ ਹੈਗਾ। ਉਹਦੇ ਵਿੱਚ ਜਿਹੜੀ ਸੀਗੀ ਲੰਮੇ ਦੀ, ਉੱਭੇ ਦੀ ਤੇ ਤਪੇ ਦੀ ਇੱਕ ਜ਼ਬਾਨ ਸੀ, ਬੜੀਆਂ ਖੂਬਸੂਰਤ ਬੋਲੀਆਂ ਸੀਗੀਆਂ। ਸੰਦਲਬਾਰ ਦੀ ਬੋਲੀ ਸੀ ਸਾਡੇ ਕੋਲੇ ਜਿਹੜੀ ਕਿ ਲੰਮੇ, ਉੱਭੇ ਤੇ ਤਪੇ ਦੇ ਵਿੱਚ ਆਉਂਦੀ ਹੈਗੀ ਆ। ਔਰ ਉਹੀ ਬੋਲੀ ਜਿਹੜੀ ਆ ਸਾਡੀ ਜਿਹਨੂੰ ਅਸੀਂ ਕੇਂਦਰੀ ਪੰਜਾਬੀ ਕਹਿੰਦੇ ਹਾਂ, ਸਾਡੀ ਇੱਧਰ ਮਾਝੇ ਦੀ ਬੋਲੀ ਔਰ ਉੱਧਰ ਲਾਹੌਰ ਦੀ ਬੋਲੀ ਆ, ਉਹ ਇੱਕ ਸਾਂਝੀ ਭਾਸ਼ਾ ਜਿਹੜੀ ਅਸੀਂ ਦੋਵਾਂ ਮੁਲਕਾਂ ਦੇ ਵਿੱਚ ਅਸੀਂ ਸਮਝ ਸਕਦੇ ਹਾਂ। ਸੋ ਇਹ ਸਾਰੀਆਂ ਜਿਹੜੀਆਂ ਜ਼ੁਬਾਨਾਂ ਆ ਉਹ ਸਾਡੀ ਪੰਜਾਬੀ ਜ਼ੁਬਾਨ ਦੀ ਅਮੀਰੀ ਦਾ ਕਾਰਨ ਬਣਦੀਆਂ ਹੈਗੀਆਂ ਔਰ ਸਾਨੂੰ ਇਹ ਛੱਡਣੇ ਚਾਹੀਦੇ ਕਿਉਂਕਿ ਇਹਨਾਂ ਦੇ ਵਿੱਚ ਹੀ ਅਮੀਰੀ ਆ, ਇਹਨਾਂ ਦੇ ਵਿੱਚ ਹੀ ਉਹ ਸ਼ਬਦਾਵਲੀ ਆ। ਜੇ ਅਸੀਂ ਇਹਨੂੰ ਛੱਡ ਦਾਂਗੇ ਤੇ ਅਸੀਂ ਇੱਕ ਦਿਨ ਖਤਮ ਹੋ ਜਾਵਾਂਗੇ ਜੀ। ਸੋ ਅੱਜ ਦੇ ਪ੍ਰੋਗਰਾਮ ਸਾਹਿਤ ਦੇ ਅੰਗ ਸੰਗ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਉੱਤੇ ਚਰਚਾ ਕੀਤੀ ਤੇ ਕੁਝ ਪਹਿਲੂ ਜਿਹੜੇ ਆ ਉਹ ਡਾਕਟਰ ਕਵਲਜੀਤ ਸਿੰਘ ਸਿੱਧੂ ਹੋਰਾਂ ਦੇ ਨਾਲ ਅਸੀਂ ਸਾਂਝੇ ਕੀਤੇ, ਦਰਸ਼ਕਾਂ ਤੱਕ ਪਹੁੰਚਾਇਆ। ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਆ ਉਹ ਕਿਵੇਂ ਦਾ ਲੱਗਿਆ ਆ ਇਸ ਦੀ ਫੀਡਬੈਕ ਸਿੱਖ ਚੈਨਲ ਦੇ ਉੱਤੇ ਤੁਸੀਂ ਜ਼ਰੂਰ ਦੇਣਾ। ਸੋ ਸਿੱਧੂ ਸਾਹਿਬ ਦਾ ਧੰਨਵਾਦ ਕਰਦੇ ਹਾਂ। ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਸਤਿ ਸ਼੍ਰੀ ਅਕਾਲ।